न्यूज़ 18 पंजाब हरियाणा ਵੇਖੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਵਕਤ ਹੋ ਗਿਆ ਦੁਪਹਿਰ ਦੇ 2 ਵਜੇ ਦਾ ਤੇ 2 ਵਜੇ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ 5 ਵੱਡੀਆਂ ਖਬਰਾਂ ਜਿਹੜੇ ਤੁਹਾਨੂੰ ਜਾਣਨੀਆਂ ਜ਼ਰੂਰੀ ਨੇ। ਔਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ 5ਵੀਂ ਵੱਡੀ ਖਬਰ ਦੇ ਨਾਲ। AICC ਦੇ ਲਿਸਟ ਦੇ ਵਿੱਚ ਟਾਈਟਲਰ ਦਾ ਨਾਂ ਹੋਣ ਤੇ ਵਿਵਾਦ ਹੋ ਗਿਆ। ਟਾਈਟਲਰ ਨੂੰ ਲੈ ਕੇ ਨਵਾਂ ਸਿਆਸੀ ਘਮਸਾਨ ਛਿੜਿਆ ਹੈ। AICC ਦੇ 61 ਮੈਂਬਰੀ ਡੈਲੀਗੇਟਸ ਦੇ ਵਿੱਚ ਟਾਈਟਲਰ ਦਾ ਨਾਂ ਸ਼ਾਮਿਲ ਕੀਤਾ ਗਿਆ ਹੈ। ਭਾਜਪਾ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਔਰ ਭਾਜਪਾ ਨੇ ਤੰਜ ਕੱਸਿਆ ਹੈ ਕਿ 84 ਦੇ ਗੁਨਾਹਗਾਰ ਨੂੰ ਸ਼ਾਮਿਲ ਕਿਉਂ ਕੀਤਾ ਇਸ ਲਿਸਟ ਵਿੱਚ। ਬੀਜੇਪੀ ਇਹ ਸਵਾਲ ਪੁੱਛ ਰਹੀ ਹੈ। ਰਾਹੁਲ ਜਿਹੜਾ ਹੈਗਾ ਰਾਹੁਲ ਗਾਂਧੀ ਕਾਂਗਰਸ ਦੇ ਆਗੂ ਉਹ ਮੁਹੱਬਤ ਦੀ ਗੱਲ ਕਰਦੇ ਨੇ, ਮੁਹੱਬਤ ਦੀ ਦੁਕਾਨ ਖੋਲ ਰਹੇ ਨੇ ਜਾਂ ਫਿਰ ਨਫ਼ਰਤ ਦੀ ਦੁਕਾਨ। ਇਹ ਸਵਾਲ ਖੜਾ ਕੀਤਾ ਹੈ ਬੀਜੇਪੀ ਨੇ। ਟਾਈਟਲਰ ਦਾ ਨਾਮ ਲਿਸਟ ਵਿੱਚ ਸ਼ਾਮਿਲ ਹੋਣ ਤੇ ਬੀਜੇਪੀ ਨੇ ਤਿੱਖਾ ਨਿਸ਼ਾਨਾ ਕਾਂਗਰਸ ਤੇ ਸਾਧਿਆ। करने वाले आरोपी ही हैं। 30 टाइटलर जैसे नफरत फैलाने वाले, कानून तोड़ने वाले और नरसंहार करने वाले आरोपी ही हैं। और मुझे याद आता है कि कुछ समय पहले राहुल गांधी एक यात्रा कर रहे थे जिसका मुख्य लक्ष्य भारत को तोड़ने का काम करना था और कह रहे थे नफरत के बाजार में मोहब्बत की दुकान खोलने आया हूं। राहुल गांधी जी कृपया करके ये बताइए, जिसके ऊपर 84 के दंगों का मुकदमा चल रहा है, जो चलाना आपकी उस वक्त की सरकार को चाहिए था, लेकिन मरहम लगाने का काम किसी ने किया तो श्री नरेंद्र मोदी जी की सरकार ने किया और मुकदमा चल रहा है। आप जब एक आरोपी को, जो कि मुजरिम है, AICC का इलेक्टेड मेंबर बनाते हैं तो क्या संदेश देते हैं? ये मोहब्बत की दुकान है या नफरत की दुकान है? और आपका असली घिनौना चेहरा अब सामने आ गया। ਤੇ 2 ਵਜੇ ਦੀ ਚੌਥੀ ਵੱਡੀ ਖਬਰ ਦਾ ਰੁਖ ਕਰਦੇ ਆ। ਪੈਰੋਲ ਤੇ ਆਏ ਬੰਦੀ ਸਿੱਖ ਗੁਰਦੀਪ ਸਿੰਘ ਖੇੜਾ ਤੋਂ ਬਾਅਦ ਹੁਣ ਰਾਜੋਆਣਾ ਨੇ ਵੀ ਕੌਮੀ ਇਨਸਾਫ ਮੋਰਚੇ ਤੇ ਵੱਡੇ ਸਵਾਲ ਚੁੱਕੇ ਨੇ ਅਤੇ ਪ੍ਰਬੰਧਕਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ। ਮੇਰਾ ਕੌਮੀ ਇਨਸਾਫ ਮੋਰਚੇ ਦੇ ਨਾਲ ਕੋਈ ਸੰਬੰਧ ਨਹੀਂ ਹੈ, ਰਾਜੋਆਣਾ ਨੇ ਕਿਹਾ ਹੈ। ਕੌਮੀ ਇਨਸਾਫ ਮੋਰਚੇ ਤੇ ਰਾਜੋਆਣਾ ਨੇ ਵੀ ਨਿਸ਼ਾਨਾ ਸਾਧਿਆ ਹੈ। ਕੌਮੀ ਇਨਸਾਫ ਮੋਰਚੇ ਨਾਲ ਕੋਈ ਸੰਬੰਧ ਨਹੀਂ, ਰਾਜੋਆਣਾ ਨੇ ਇਹ ਗੱਲ ਕਹੀ ਹੈ। ਚੌਥੀ ਵੱਡੀ ਖਬਰ 2 ਵਜੇ ਦੀ। ਵਕੀਲ ਅਮਰ ਸਿੰਘ ਚਾਹਲ ਏਜੰਸੀਆਂ ਦਾ ਬੰਦਾ ਰਾਜੋਆਣਾ ਨੇ ਬਿਆਨ ਦਿੱਤਾ ਹੈ। ਚੌਥੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਹੁਣ ਬਲਵੰਤ ਸਿੰਘ ਰਾਜੋਆਣਾ ਨੇ ਵੀ ਸਵਾਲ ਖੜੇ ਕੀਤੇ ਨੇ। ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਵਕੀਲ ਅਮਰ ਸਿੰਘ ਚਾਹਲ ਏਜੰਸੀਆਂ ਦਾ ਬੰਦਾ ਹੈ। ਮੋਰਚੇ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਹੈ। ਰਾਜੋਆਣਾ ਨੇ ਕਿਹਾ ਮੋਰਚੇ ਦੇ ਆਗੂ ਸਪਸ਼ਟ ਕਰਨ ਉਹ ਕਿਸ ਪਾਰਟੀ ਦੇ ਨਾਲ ਜੁੜੇ ਹੋਏ ਨੇ। ਮੈਂ ਅਕਾਲੀ ਹਾਂ ਤੇ ਅਕਾਲੀ ਰਹਾਂਗਾ। ਰਾਜੋਆਣਾ ਨੇ ਇਹ ਗੱਲ ਕਹੀ ਹੈ। ਮੋਰਚੇ ਦੇ ਵਿੱਚ ਕਾਂਗਰਸ ਤੇ ਜੁਰਮਾਂ ਦੀ ਗੱਲ ਕਿਉਂ ਨਹੀਂ ਆਈ? ਰਾਜੋਆਣਾ ਨੇ ਕਿਹਾ ਦੱਸੀਏ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਪਿਛਲੇ 44 ਦਿਨਾਂ ਤੋਂ ਕੌਮੀ ਇਨਸਾਫ ਮੋਰਚੇ ਨੇ ਪੱਕਾ ਧਰਨਾ ਲਾਇਆ ਹੋਇਆ ਹੈ। ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮੋਰਚਾ ਲੱਗਿਆ ਹੋਇਆ ਹੈ। ਪਰ ਖੇੜਾ ਤੋਂ ਬਾਅਦ ਰਾਜੋਆਣਾ ਦੂਜੇ ਜਿਹੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਮੋਰਚੇ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਤੋਂ ਪਹਿਲਾਂ ਖੇੜਾ ਨੇ ਕਿਹਾ ਸੀਗਾ ਕਿ ਮੋਰਚੇ ਨੂੰ ਸਿਰਫ ਬੰਦੀ ਸਿੱਖਾਂ ਦੀ ਨਹੀਂ ਸਗੋਂ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ। ਹੁਣ ਰਾਜੋਆਣਾ ਨੇ ਸਵਾਲ ਖੜਾ ਕੀਤਾ ਹੈ। ਰਾਜੋਆਣਾ ਕਹਿ ਰਹੇ ਨੇ ਕਿ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਕਰਦਾ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਪਾਰਟੀਆਂ ਸਾਹਿਬ ਮੋਰਚੇ ਦੇ ਬਾਰੇ ਕੀ ਕਹਿਣਾ? ਸਾਈਡ ਤੇ ਮੋਰਚੇ ਬਾਰੇ ਸਾਡੇ ਕਾਫੀ ਸਪਸ਼ਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੀਰ ਮਾਰ ਵੀਰ ਦੇ ਲਾ ਪਲੀਜ਼ ਸਾਈਡ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ। ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਬੰਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚਿਆਂ ਦੇ ਵਿੱਚ ਸਾਹਿਬ ਮੋਰਚੇ ਦੇ ਬਾਰੇ ਕੀ ਕਹਿਣਾ?
ਇਸ ਬਾਰੇ ਸਾਡੇ ਘਰ ਵਿੱਚ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਦੇਖੋ ਸਾਈਡ ਦੇ ਵੀਰ ਮਾਰ ਵੀਰ ਜੀ ਪਲੀਜ਼ ਸਾਈਡ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਬਿਆਨਬਾਜ਼ੀ ਕੀਤੀਆਂ ਜੀ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚੇ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮਤਲਬ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚੇ ਦੇ ਵਿੱਚ ਸਾਹਿਬ ਮੋਰਚੇ ਦੇ ਬਾਰੇ ਕੀ ਕਹਿਣਾ ਮੋਰਚੇ ਬਾਰੇ ਸਾਡੇ ਘਰ ਵਿੱਚ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਦੇਖੋ ਸਾਈਡ ਦੇ ਵੀਰ ਮਾਰ ਵੀਰ ਜੀ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਬਿਆਨਬਾਜ਼ੀ ਕੀਤੀਆਂ ਜੀ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚੇ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮਤਲਬ ਸੋ 2 ਵਜੇ ਦੀ ਚੌਥੀ ਵੱਡੀ ਖਬਰ ਹੈ ਔਰ ਇਸੇ ਖਬਰ ਦਾ ਇੱਕ ਹਿੱਸਾ ਹੋਰ ਤੁਹਾਨੂੰ ਸੁਣਾਉਂਦੇ ਹਾਂ। ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਤਾਲਮੇਲ ਕਰਕੇ ਰਾਜੋਆਣਾ ਦੇ ਨਾਲ ਮੁਲਾਕਾਤ ਕਰਨਗੇ। ਨਾਲ ਹੀ ਉਹਨਾਂ ਕਿਹਾ ਕਿ ਰਾਜੋਆਣਾ ਦੇ ਅਕਾਲੀ ਹੋਣ ਤੋਂ ਕੋਈ ਦਿੱਕਤ ਨਹੀਂ, ਸਗੋਂ ਦਿੱਕਤ ਬਾਦਲ ਪਰਿਵਾਰ ਦਾ ਸਾਥ ਦੇਣ ਤੋਂ ਹੈ। ਬਲਵਿੰਦਰ ਸਿੰਘ ਮੋਰਚੇ ਦੇ ਪ੍ਰਬੰਧਕ ਨੇ ਕੀ ਕਹਿ ਰਹੇ ਨੇ ਤੁਹਾਨੂੰ ਸੁਣਾਉਂਦੇ ਹਾਂ। ਅਕਾਲੀ ਹੋਣ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਹੈ ਬਾਦਲ ਕੇ ਹੋਣ ਤੇ। ਉਹ ਬਾਦਲ ਕੇ ਜਿਨ੍ਹਾਂ ਨੇ ਸਾਡੀ ਸਨਮਾਨਯੋਗ ਭੈਣ ਨੂੰ ਟਿਕਟ ਦੇ ਕੇ ਹਰਾਇਆ, ਉਹਦੀ ਬੇਇੱਜ਼ਤੀ ਕਰਵਾਈ। 5ਵੇਂ ਥਾਂ ਤੇ ਆਈ ਹੈ ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਭੈਣ। ਸਾਨੂੰ ਇਤਰਾਜ਼ ਬਾਦਲ ਕਿਆਂ ਤੇ ਹੈ, ਅਕਾਲੀ ਦਲ ਤੇ ਨਹੀਂ। ਇੱਥੇ ਹਜ਼ਾਰਾਂ ਅਕਾਲੀ ਆਉਂਦੇ ਨੇ। ਮੋਰਚੇ ਨਾਲ ਉਹਨਾਂ ਦੇ ਕਹਿਣ ਮੁਤਾਬਕ ਸੰਬੰਧ ਉਹਨਾਂ ਦਾ ਨਾ ਹੋਵੇ, ਪਰ ਮੈਂ ਸਪਸ਼ਟ ਕਰ ਦਿਆਂ ਕਿ ਮੋਰਚੇ ਦਾ ਸੰਬੰਧ ਉਹਨਾਂ ਦੇ ਕੀਤੇ ਹੋਏ ਵੱਡੇ ਕਾਰਜ ਦੇ ਨਾਲ ਹੈ। ਸਾਡੀ ਡਿਊਟੀ ਇਹ ਹੈ ਆਮ ਲੋਕਾਂ ਦੀ, ਕੌਮ ਦੀ, ਕਿ ਉਹਨਾਂ ਨੇ ਕੌਮ ਲਈ ਵੱਡਾ ਕਾਰਜ ਕੀਤਾ ਹੈ। ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਅਸੀਂ ਉਹਨਾਂ ਨੂੰ ਬਾਹਰ ਕਢਵਾਈਏ। ਇਹ ਸਾਡੀ ਡਿਊਟੀ ਹੈ, ਸਾਡਾ ਸੰਬੰਧ ਹੈ। ਦੇਖੋ ਜੀ, ਉਹਦਾ ਆਪਣਾ ਬਿਆਨ ਹੈ, ਕੋਈ ਗੱਲ ਨਹੀਂ। ਸਾਡਾ ਜਿਹੜਾ ਸੰਗਤ ਰੂਪ ਆ, ਸਾਰੀ ਇੱਥੇ ਸੰਗਤ ਇਕੱਠੀ ਹੋਈ ਹੈ। ਕੌਮੀ ਇਨਸਾਫ ਮੋਰਚੇ ਦੇ ਸਾਰੇ ਪ੍ਰਬੰਧਕ ਜਿੰਨੇ ਵੀ ਨੇ, ਇਹਨਾਂ ਦੇ ਜਿਹੜਾ ਇਹਨਾਂ ਨੇ ਕੌਜ ਕੀਤਾ ਵਾ, ਇਹਨਾਂ ਨੂੰ ਪ੍ਰਣਾਮ ਕਰਦੇ ਆ। ਸੀਸ ਝੁਕਦਾ ਸਾਡਾ ਇਹਨਾਂ ਦੇ ਪ੍ਰਤੀ, ਇਹਨਾਂ ਦੇ ਕੌਜ ਪ੍ਰਤੀ ਜੋ ਇਹਨਾਂ ਨੇ ਕੀਤਾ। ਇਹ ਜਿੰਨੇ ਵੀ ਸਿੰਘ ਨੇ ਜੇਲ੍ਹਾਂ ਵਿੱਚ, ਉਹ ਸਨਮਾਨਯੋਗ ਨੇ। ਅਸੀਂ ਹਮੇਸ਼ਾ ਸਨਮਾਨ ਕਰਦੇ ਆ ਤੇ ਕਰਦੇ ਰਵਾਂਗੇ। ਇਹ 'ਚ ਕੋਈ ਦੋ ਰਾਇਵਾਂ ਨਹੀਂ, ਕੋਈ ਨਹੀਂ। ਉਹਨਾਂ ਨੇ ਆਪਣੇ ਵਿਚਾਰ ਤੇ ਕਈ ਵਾਰੀ ਹੋ ਜਾਂਦੀ ਹੈ। ਉਹ ਅਸੀਂ ਨਹੀਂ ਕਹਿੰਦੇ ਵੀ ਉਹ ਅਕਾਲੀਆਂ ਦੇ ਵਿੱਚ ਨਾ ਰਹਿਣ, ਅਕਾਲੀ ਪਾਰਟੀ ਨਾਲ ਸੰਬੰਧ। ਸਾਡੀ ਲੜਾਈ ਅਕਾਲੀ ਪਾਰਟੀ ਨਾਲ ਨਹੀਂ, ਨਾ ਕਿਸੇ ਹੋਰ ਨਾਲ। ਸਾਡੀ ਲੜਾਈ ਹੈ। ਇਸੇ ਖਬਰ ਦਾ ਇੱਕ ਹੋਰ ਹਿੱਸਾ ਹੈ। ਰਾਜੋਆਣਾ ਦੇ ਬਹਾਨੇ ਬੀਜੇਪੀ ਨੇ ਕੌਮੀ ਇਨਸਾਫ ਮੋਰਚੇ ਤੇ ਸਵਾਲ ਚੁੱਕੇ ਨੇ। ਇਹ ਮੋਰਚਾ ਸਿਆਸਤ ਤੋਂ ਪ੍ਰੇਰਿਤ ਹੈ, ਬੀਜੇਪੀ ਇਹ ਕਹਿ ਰਹੀ ਹੈ। ਨੌਜਵਾਨਾਂ ਨੂੰ ਗਲਤ ਦਿਸ਼ਾ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਪੰਜਾਬ ਦਾ ਨੁਕਸਾਨ ਕਰਨ ਦੀ ਸਾਜ਼ਿਸ਼ ਹੈ। ਤੀਜੀ ਵੱਡੀ ਖਬਰ ਹੈ, ਬੀਜੇਪੀ ਨੇ ਰਾਜੋਆਣਾ ਦੇ ਬਹਾਨੇ ਮੋਰਚੇ ਨੂੰ ਨਿਸ਼ਾਨੇ ਤੇ ਲਿਆ ਹੈ। ਮੋਰਚਾ ਸਿਆਸਤ ਤੋਂ ਪ੍ਰੇਰਿਤ ਹੈ, ਬੀਜੇਪੀ ਇਹ ਕਹਿ ਰਹੀ ਹੈ। ਨੌਜਵਾਨਾਂ ਨੂੰ ਗਲਤ ਦਿਸ਼ਾ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ, ਬੀਜੇਪੀ ਇਹ ਕਹਿ ਰਹੀ ਹੈ। ਇਲਜ਼ਾਮ ਲਗਾ ਰਹੀ ਹੈ ਔਰ ਪੰਜਾਬ ਦਾ ਨੁਕਸਾਨ ਕਰਨ ਦੀ ਇਹ ਸਾਜ਼ਿਸ਼ ਹੈ। ਬੀਜੇਪੀ ਨੇ ਬਿਆਨ ਦਿੱਤਾ, ਇਸ ਦੇ ਨਾਲ ਸਿੱਖ ਕੌਮ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ, ਕੋਈ ਭਲਾ ਸਿੱਖ ਕੌਮ ਦਾ ਹੋਣ ਵਾਲਾ ਨਹੀਂ। ਪੈਰੋਲ ਤੇ ਆਏ ਬੰਦੀ ਸਿੱਖਾਂ ਨੇ ਵੀ ਮੋਰਚੇ ਤੇ ਸਵਾਲ ਚੁੱਕੇ ਨੇ। ਬੀਜੇਪੀ ਪੈਰੋਲ ਤੇ ਆਏ ਬੰਦੀ ਸਿੱਖਾਂ ਦੇ ਬਿਆਨ ਨੂੰ ਆਧਾਰ ਬਣਾ ਕੇ ਨਿਸ਼ਾਨਾ ਜਿਹੜਾ ਹੈਗਾ ਮੋਰਚੇ ਤੇ ਸਾਧ ਰਹੀ ਹੈ। ਤੀਜੀ ਵੱਡੀ ਖਬਰ 2 ਵਜੇ ਦੀ। ਬਲਵੰਤ ਸਿੰਘ ਰਾਜੋਆਣਾ ਨੇ ਜਿਹੜਾ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ, ਕਹਿੰਦੇ ਉਹਦੇ ਬਾਰੇ 'ਚ ਕਾਫੀ ਤੱਥ ਸਾਹਮਣੇ ਲਿਆਂਦੇ ਆ। ਉਹ ਵੈਸੇ ਵੀ ਮੋਰਚਾ ਜਿਹੜਾ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਆ। ਔਰ ਇਹ ਹੁਣ ਜਿਹੜੇ 2 ਸਿੱਖ ਪੈਰੋਲ ਤੇ ਆਏ ਨੇ, ਬੰਦੀ ਸਿੱਖ, ਔਰ ਬਲਵੰਤ ਸਿੰਘ ਰਾਜੋਆਣਾ ਨੇ ਜੋ ਸ਼ੰਕੇ ਜ਼ਾਹਿਰ ਕੀਤੇ ਆ, ਔਰ ਮੈਂ ਸਮਝਦਾ ਉਹਦੇ ਤੇ ਜ਼ਰੂਰ ਸਿੱਖ ਜਗਤ ਨੂੰ ਧਿਆਨ ਦੇਣਾ ਚਾਹੀਦਾ। ਇਹ ਸ਼ੰਕੇ ਪਾਏ ਜਾ ਰਹੇ ਆ, ਯੂਥ ਨੂੰ ਗਲਤ ਦਿਸ਼ਾ ਦੇਣ ਦੀ ਸਾਜ਼ਿਸ਼ ਆ। ਇਹ ਪੰਜਾਬ ਦਾ ਨੁਕਸਾਨ ਕਰਨ ਦੀ ਸਾਜ਼ਿਸ਼ ਆ। ਇਹਦੇ ਤੋਂ ਸਿੱਖ ਜਗਤ ਨੂੰ ਜ਼ਰੂਰ ਇੱਕ ਤਰ੍ਹਾਂ ਨਾਲ ਜਾਗਰੂਕ ਹੋਣਾ ਚਾਹੀਦਾ। ਔਰ ਇਹ ਬਲਵੰਤ ਸਿੰਘ ਰਾਜੋਆਣਾ ਦੇ ਬੋਲਣ ਤੋਂ ਬਾਅਦ ਤਾਂ ਇਹ ਹੋਰ ਵੀ ਇਸ ਨੂੰ ਗੰਭੀਰਤਾ ਨਾਲ ਸੋ ਮੋਰਚੇ ਪਿੱਛੇ ਸਾਜ਼ਿਸ਼ ਹੈ, ਇਹ ਕਹਿ ਰਹੀ ਹੈ ਬੀਜੇਪੀ, ਔਰ ਆਧਾਰ ਬਣਾ ਰਹੀ ਹੈ ਪੈਰੋਲ ਤੇ ਆਏ ਬੰਦੀ ਸਿੱਖਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ
ਇਹ ਇਲਜ਼ਾਮ ਜਿਹੜਾ ਹੈਗਾ, ਇਹ ਸਵਾਲ ਜਿਹੜਾ ਹੈਗਾ ਮੋਰਚੇ ਤੇ ਖੜੇ ਕਰ ਰਹੀ ਹੈ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਤੁਸੀਂ ਸੁਣ ਰਹੇ ਸੀਗੇ। ਕਹਿ ਰਹੇ ਨੇ ਕਿ ਪੰਜਾਬ ਦਾ ਨੁਕਸਾਨ ਜਿਹੜਾ ਹੈਗਾ ਕਰਨ ਦੀ ਸਾਜ਼ਿਸ਼ ਹੈ ਤੇ ਇਸ ਦੇ ਨਾਲ ਸਿੱਖ ਕੌਮ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਤੇ ਸਾਡੇ ਨਾਲ ਐਡਵੋਕੇਟ ਦਲਸ਼ੇਰ ਸਿੰਘ ਹਵਾਰਾ ਕਮੇਟੀ ਦੇ ਐਡਵੋਕੇਟ ਨੇ, ਉਹ ਸਾਡੇ ਨਾਲ ਫੋਨ ਲਾਈਨ ਤੇ ਇਸ ਵੇਲੇ ਜੁੜ ਰਹੇ ਨੇ। ਸਿੰਘ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਸਾਰੇ ਬਿਆਨ ਔਰ ਖਾਸ ਕਰਕੇ ਜੇ ਮੈਂ 2-3 ਬਿਆਨਾਂ ਦੀ ਗੱਲ ਕਰਾਂ, ਗੁਰਦੀਪ ਸਿੰਘ ਖੇੜਾ ਦਾ ਬਿਆਨ ਔਰ ਉਸ ਤੋਂ ਬਾਅਦ ਰਾਜੋਆਣਾ ਦਾ ਬਿਆਨ। ਗੁਰਦੀਪ ਸਿੰਘ ਖੇੜਾ ਕਹਿ ਰਹੇ ਸੀਗੇ ਕਿ ਇਕੱਲਾ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਨਹੀਂ, ਸਾਰੇ ਕੈਦੀਆਂ ਦੀ ਰਿਹਾਈ ਦੀ ਜਿਹੜਾ ਹੈਗਾ ਉਸ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਕਿਤੇ ਨਾ ਕਿਤੇ ਮਾਮਲਾ ਉਲਝ ਰਿਹਾ ਹੈ। ਹੁਣ ਰਾਜੋਆਣਾ ਕਹਿ ਰਹੇ ਨੇ ਕਿ ਉਹਨਾਂ ਦਾ ਮੋਰਚੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਗੱਲ ਹੈਗੀ ਹੈ, ਗੁਰਦੀਪ ਸਿੰਘ ਖਹਿਰਾ ਦਾ ਜਿਹੜੇ ਤੁਸੀਂ ਬਿਆਨ ਦੀ ਗੱਲ ਕਰਦੇ ਆ, ਉਹਨਾਂ ਨੇ ਅੱਛੀ ਗੱਲ ਕੀਤੀ ਆ, ਮਾਨਵਤਾ ਦੀ ਗੱਲ ਕੀਤੀ ਆ ਕਿ ਮੋਰਚੇ ਨੂੰ ਜਿਹੜਾ ਇਹ ਦਾਇਰਾ ਵੱਡਾ ਕਰਨਾ ਚਾਹੀਦਾ, ਵੀ ਕੋਈ ਵੀ ਧਰਮ ਦਾ ਕੋਈ ਬੰਦੀ ਸਿੰਘ ਆ ਉਹਦੀ ਗੱਲ ਕਰਨੀ ਚਾਹੀਦੀ ਆ। ਪਰ ਅਸੀਂ ਇਹਦੀ ਕੋਖ ਕੀਤੀ ਆ, ਕੋਈ ਐਸਾ ਬੰਦਾ ਨਹੀਂ ਹੈਗਾ ਇਸ ਹਿੰਦੁਸਤਾਨ ਦੀ ਜੇਲ੍ਹ ਦੇ ਵਿੱਚ ਜਿਹੜਾ ਇੰਨੀ ਲੰਬੀ ਸਜ਼ਾ ਕੱਟ ਰਿਹਾ ਹੋਵੇ ਔਰ ਉਹਦੀ ਸਜ਼ਾ ਪੂਰੀ ਵੀ ਹੋ ਜੇ ਤੇ ਉਹਨੂੰ ਛੱਡਿਆ ਨਾ ਗਿਆ ਹੋਵੇ। ਇਹ ਗੱਲ ਸਾਡਾ ਵਫਦ ਭਾਈ ਖਹਿਰਾ ਸਾਹਿਬ ਨੂੰ ਮਿਲ ਕੇ ਆਇਆ, ਉਹਨਾਂ ਦਾ ਧੰਨਵਾਦ ਕਰਕੇ ਆਏ ਆ ਕਿ ਤੁਸੀਂ ਚੰਗਾ ਇੱਕ ਸੁਝਾਅ ਦਿੱਤਾ ਸੀ। ਪਰ ਬਦਕਿਸਮਤੀ ਆ ਕਿ ਇਦਾਂ ਦਾ ਕੋਈ ਸਰਕਮਸਟੈਂਸ ਜਾਂ ਇਦਾਂ ਦਾ ਕੇਸ ਕੋਈ ਸਾਡੇ ਸਾਹਮਣੇ ਨਹੀਂ ਕਿ ਜਿਹੜੇ ਇੰਨੀ ਲੰਮੀਆਂ ਸਜ਼ਾਵਾਂ ਕੱਟ ਕੇ ਵੀ ਜੇਲ੍ਹਾਂ 'ਚ ਬੰਦ ਨੇ। ਸਿਰਫ ਇਹ 9 ਪੋਲੀਟੀਕਲ ਸਿੱਖ ਪ੍ਰਿਜ਼ਨਰਸ ਨੇ। ਤੇ ਹੁਣ ਜਿਹੜਾ ਬਲਵੰਤ ਸਿੰਘ ਰਾਜੋਆਣਾ ਨੇ ਜਿਹੜਾ ਬਿਆਨ ਦਿੱਤਾ ਹੈ, ਸਿੰਘ ਸਾਹਿਬ, ਉਸ ਨੂੰ ਕਿਸ ਤਰੀਕੇ ਦੇਖਦੇ ਹੋ ਤੁਸੀਂ? ਉਹ ਕਹਿ ਰਹੇ ਨੇ ਕਿ ਮੇਰਾ ਮੋਰਚੇ ਨਾਲ ਕੋਈ ਸੰਬੰਧ ਹੀ ਨਹੀਂ, ਕਿਉਂਕਿ ਇਹ ਸਾਰੇ ਅਸੀਂ ਇਸ ਨੂੰ ਇੱਕ ਤਰੀਕੇ ਨਾਲ ਦੇਖਦੇ ਹਾਂ ਕਿ ਇਹ ਸਾਰੇ ਪੋਸਟਰਸ, ਉਹ ਤਸਵੀਰਾਂ ਨੇ। ਬੰਦੀ ਸਿੰਘਾਂ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਰਾਜੋਆਣਾ ਦਾ ਜ਼ਿਕਰ ਹੁੰਦਾ ਹੈ, ਖੇੜਾ ਦਾ ਜ਼ਿਕਰ ਹੁੰਦਾ ਹੈ, ਉਹ ਸਾਰੇ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ। ਔਰ ਉਹ ਜਦੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ, ਕੁਐਸਚਨ ਮਾਰਕ ਕਰਦੇ ਨੇ ਮੋਰਚੇ ਨੂੰ, ਤੁਸੀਂ ਕਿਸ ਤਰੀਕੇ ਦੇਖਦੇ ਹੋ ਫਿਰ ਇਸ ਨੂੰ? ਦੇਖੋ, ਇੱਕ ਗੱਲ ਹੈਗਾ, ਬਾਕੀ ਸਾਰੇ ਬੰਦੀ ਸਿੰਘਾਂ ਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ ਨੇ ਮੋਰਚੇ ਨੂੰ ਸੁਝਾਅ ਦਿੱਤੇ ਨੇ, ਚੰਗੇ ਸੁਝਾਅ ਦਿੱਤੇ ਨੇ ਔਰ ਉਹਨਾਂ ਨੇ ਮੋਰਚੇ ਦੀ ਹਮਾਇਤ ਕੀਤੀ ਆ। ਇੱਕ ਜਿਹੜਾ ਰਾਜੋਆਣਾ ਸਾਹਿਬ ਦਾ ਬਿਆਨ ਹੈ, ਇਹ ਬਿਆਨ 4 ਦਿਨ ਪਹਿਲਾਂ ਇਹਨਾਂ ਦੀ ਮੂੰਹ ਬੋਲੀ ਭੈਣ ਨੇ ਦਿੱਤਾ ਸੀ, ਸੇਮ ਬਿਆਨ ਇਹਨਾਂ ਨੇ ਦਿੱਤਾ ਹੈ। ਇੱਕ ਜਿਹੜਾ ਇਹ ਦੇਖੋ, ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਮੋਰਚਾ ਕੌਮ ਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈਗਾ। ਤੇ ਜੇ ਕੌਮ ਤੇ ਉਹ ਆਪਣਾ ਨਾਤਾ ਤੋੜਦੇ ਨੇ, ਇਹ ਗੱਲ ਜਿਹੜੀ ਆ ਉਹਨਾਂ ਨੂੰ ਸੋਚ ਕੇ ਕਰਨੀ ਚਾਹੀਦੀ ਸੀ। ਇਹ ਮੋਰਚਾ ਜਦੋਂ ਉਹਨਾਂ ਦੀ ਰਿਹਾਈ ਵਾਸਤੇ ਚੱਲ ਰਿਹਾ ਹੈ ਤੇ ਉਹ ਇੱਕ ਫਿਰਕੇ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਕਹਿ ਰਹੇ ਨੇ ਮੈਂ ਅਕਾਲੀ ਹਾਂ। ਉਹ ਅਕਾਲੀ ਜਿਹੜਾ ਅਕਾਲ ਪੁਰਖ ਨੂੰ ਨਹੀਂ, ਜਿਹੜੀ ਅਕਾਲ ਪੁਰਖ ਦੀ ਫੌਜ ਆ ਉਹਨੂੰ ਨਹੀਂ ਮੰਨ ਰਹੇ। ਉਹ ਅਕਾਲੀ ਦਲ ਬਾਦਲ ਨੂੰ ਇਸ ਵੇਲੇ ਰਿਪਰੈਜ਼ੈਂਟੇਸ਼ਨ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਅਕਾਲੀ ਦਲ ਪਾਰਟੀ ਨੂੰ ਰਿਪਰੈਜ਼ੈਂਟ ਦੀ ਕੋਸ਼ਿਸ਼ ਕਰ ਰਹੇ ਆ ਜਿਨ੍ਹਾਂ ਤੇ ਬਹੁਤ ਵੱਡੇ ਇਲਜ਼ਾਮ ਨੇ, ਜਿਨ੍ਹਾਂ ਨੇ ਸਿੱਖ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਜਿਨ੍ਹਾਂ ਨੇ ਰਾਮ ਰਹੀਮ ਵਰਗੇ ਦੋਸ਼ੀਆਂ ਨੂੰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਉਥੋਂ ਮਾਫੀਆਂ ਮੰਗਾਈਆਂ ਨੇ, ਜਿਨ੍ਹਾਂ ਨੇ ਗੁਰੂ ਘਰਾਂ ਦੀਆਂ ਗੋਲਕਾਂ 'ਚੋਂ ਪੈਸੇ ਖਰਚ ਕਰਕੇ ਉਹਨਾਂ ਦੇ ਇਸ਼ਤਿਹਾਰ ਲਵਾਏ ਨੇ। ਇਹ ਉਸ ਫਿਰਕੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਨ੍ਹਾਂ ਨੇ ਬੇਗੁਨਾਹ। ਸਿੰਘ ਸਾਹਿਬ, ਮੈਂ ਇਹ ਸਾਰੇ ਸਵਾਲ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਸੀ ਕਿਉਂਕਿ ਇਹਨਾਂ ਬਿਆਨਾਂ ਨੂੰ ਆਧਾਰ ਬਣਾ ਕੇ ਬੀਜੇਪੀ ਆਗੂ ਹੁਣ ਇਹ ਕਹਿ ਰਹੇ ਨੇ ਕਿ ਇਸ ਦੇ ਨਾਲ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ, ਇਹ ਮੋਰਚਾ ਸਿਆਸਤ ਤੋਂ ਪ੍ਰੇਰਿਤ ਹੈ। ਦੇਖੋ, ਇਹ ਗੱਲ ਤੇ ਜਿਹੜੀ ਬੀਜੇਪੀ ਦੀ ਬਿਲਕੁਲ ਹੀ ਸਰਾਸਰ ਜਿਹੜੀ ਆ ਬੇਬੁਨਿਆਦ ਆ। ਇਹ ਉਹ ਗੱਲ ਕਰਦੇ ਨੇ ਜਿਹੜਾ 3 ਕਾਲੇ ਕਾਨੂੰਨਾਂ ਦੀ ਗੱਲ ਸੀ, ਇਹ ਤੇ ਉਦੋਂ ਵੀ ਕਹਿੰਦੇ ਸੀ ਇਹ ਤੇ ਮੋਰਚਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਆ, ਕਾਂਗਰਸ ਨੇ ਲਵਾਇਆ ਜਾਂ ਖਾਲਿਸਤਾਨੀਆਂ ਦਾ ਮੋਰਚਾ ਹੈ। ਫਿਰ ਇਹਨਾਂ ਦਾ ਜਿਹੜਾ ਟੌਪ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ PM ਮੋਦੀ, ਉਹਨੇ ਵਾਪਸ ਕਿਉਂ ਲਏ? ਉਹਨੇ ਮਾਫੀ ਕਿਉਂ ਮੰਗੀ ਸਾਰਿਆਂ ਕੋਲੋਂ? ਹਰਜੀਤ ਗਰੇਵਾਲ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਜਵਾਬ ਲੈ ਲੈਂਦੇ ਆ। ਬੀਜੇਪੀ ਆਗੂ ਹਰਜੀਤ ਗਰੇਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ। ਗਰੇਵਾਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਐਡਵੋਕੇਟ ਦਲਸ਼ੇਰ ਸਿੰਘ ਸਾਡੇ ਨਾਲ ਮੌਜੂਦ ਨੇ, ਜਿਹੜੇ ਮੋਰਚੇ ਦੇ ਪ੍ਰਬੰਧਕਾਂ ਚੋਂ ਇੱਕ ਨੇ ਔਰ ਇਸ ਪੂਰੇ ਮੋਰਚੇ ਨਾਲ ਜੁੜੇ ਹੋਏ ਨੇ। ਜਿਹੜਾ ਬਿਆਨ ਤੁਸੀਂ ਦਿੱਤਾ ਹੈ 2 ਬਿਆਨਾਂ ਨੂੰ ਆਧਾਰ ਬਣਾ ਕੇ, ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਇਹ ਤਾਂ ਸਾਰੇ ਹੀ ਮੋਰਚਿਆਂ ਨੂੰ ਇਸ ਤਰੀਕੇ ਬੀਜੇਪੀ ਕਹਿੰਦੀ ਆਈ ਹੈ। ਪਹਿਲਾਂ ਕਿਸਾਨਾਂ ਦੇ ਮੋਰਚੇ ਨੂੰ ਵੀ ਐਵੇਂ ਕਹਿ ਰਹੇ ਸੀ ਕਿ ਹੁਣ ਇਸ ਨੂੰ ਵੀ ਇਸ ਤਰੀਕੇ ਕਿਹਾ ਜਾ ਰਿਹਾ ਹੈ। ਦੇਖੋ, ਗੱਲ ਇਹ ਆ ਕਿ 2 ਬੰਦੀ ਸਿੱਖ ਜਿਹੜੇ ਪੈਰੋਲ ਤੇ ਆਏ ਨੇ, ਉਹਨਾਂ ਨੇ ਵੀ ਆ ਕੇ ਇਹਨਾਂ ਦੀਆਂ ਗੱਲਾਂ ਨੂੰ ਇਹ ਕੀਤਾ ਕਿ ਵੀ ਇਹ ਠੀਕ ਗੱਲ ਨਹੀਂ ਕਰ ਰਹੇ ਔਰ ਕਾਨੂੰਨ ਸੰਮਤ ਜਿਹੜਾ ਅਸੀਂ ਵੀ ਇਸ ਚੀਜ਼ ਦੇ ਹੱਕ 'ਚ ਹਾਂ ਕਿ ਜਿਹੜਾ ਵੀ, ਚਾਹੇ ਉਹ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕ੍ਰਿਸਚਨ ਹੋਵੇ, ਜਿਹਨੇ ਸਜ਼ਾ ਪੂਰੀ ਕਰ ਲਈ, ਜਿਹੜੀ ਕਾਨੂੰਨ ਸੰਮਤ ਆ, ਉਹਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਸਰਕਾਰ ਤਰੀਕੇ ਨਾਲ, ਜਿੰਨੇ ਇਹਨਾਂ ਨੇ ਅੱਜ ਤੱਕ ਸੂਚੀ ਨਹੀਂ ਦਿੱਤੀ ਕਿ ਕਿੰਨੇ ਅਸੀਂ ਬੰਦੀ ਸਿੱਖ ਰਿਹਾ ਕਰਤੇ ਔਰ ਬਿਨਾਂ ਕਿਸੇ ਤੋਂ ਮੰਗੇ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ, ਸਿੱਖ ਰਾਸ਼ਟਰਪਤੀ ਰਿਹਾ। ਸਾਡੇ ਪ੍ਰਧਾਨ ਮੰਤਰੀ ਨੇ ਆ ਕੇ, ਮੋਦੀ ਜੀ ਨੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਤੀ ਖੁਦ ਹੀ ਬਿਨਾਂ ਮੰਗੇ।
ਔਰ ਹੋਰ ਕਿੰਨੇ ਕੰਮ ਕੀਤੇ ਆ, ਉਹਨਾਂ ਦੀ ਪ੍ਰਸ਼ੰਸਾ ਨਹੀਂ ਇਹ ਲੋਕ ਕਰਦੇ, ਇਹ ਤਾਂ ਸਾਡੇ ਖਿਲਾਫ ਲੱਗੇ ਰਹਿੰਦੇ ਆ। ਸਾਡਾ ਇਸ ਚੀਜ਼ ਨਾਲ, ਇਸ ਮੋਰਚੇ ਨਾਲ ਕੋਈ ਸੰਬੰਧ ਨਹੀਂ, ਪਰ ਇੰਨਾ ਜ਼ਰੂਰ ਆ ਕਿ ਉਹਦੇ ਜਿਹੜੇ ਗਲਤ ਅਨਸਰ ਆਏ ਹੋਏ ਆ, ਉੱਥੇ ਖਾਲਿਸਤਾਨ ਦੀ ਗੱਲ ਹੁੰਦੀ ਆ, ਉੱਥੇ ਉਹ ਅੰਮ੍ਰਿਤਪਾਲ ਤਾਂ ਇਹ ਕਹਿੰਦਾ ਹੈ ਕਿ ਮੈਂ ਤਾਂ ਸ਼ਹਾਦਤ ਹੀ ਦੇਣੀ ਹੈ ਜ਼ਰੂਰ। ਸ਼ਹਾਦਤ ਕਿਹੜਾ ਗੋਲੀ ਲੈ ਕੇ ਖੜਾ ਉਹਦੇ ਸ਼ਹਾਦਤ ਲੈਣ ਨੂੰ? ਕੀ ਇੱਥੇ ਜੀ ਜ਼ਰੂਰਤ ਪੈ ਗਈ? ਸ਼ਹਾਦਤ ਦੇਣੀ ਹੈ ਪਾਕਿਸਤਾਨ 'ਚ ਦੇਵੇ ਜਿੱਥੇ ਨਨਕਾਣਾ ਸਾਹਿਬ ਦਾ ਨਾਮ ਬਦਲ ਰਹੇ ਆ, ਸ਼ਹਾਦਤ ਦੇਣੀ ਹੈ ਅਫਗਾਨਿਸਤਾਨ 'ਚ ਦੇਵੇ ਜਿੱਥੇ ਸਿੱਖਾਂ ਦੀਆਂ ਬਹੂ ਬੇਟੀਆਂ ਨੂੰ ਉਹ ਲੈ ਜਾਂਦੇ ਆ ਤੇ ਇਸਲਾਮ ਕਬੂਲ ਕਰਵਾ ਲੈਂਦੇ ਆ, ਨਿਕਾਹ ਕਰ ਲੈਂਦੇ ਆ। ਖਤਰਾ ਤਾਂ ਉੱਥੇ ਹੈ ਧਰਮ ਨੂੰ, ਹੈ। ਅਸੀਂ ਇੱਥੇ ਸੁਰੱਖਿਅਤ ਲਿਆ ਕੇ ਉਹਨਾਂ ਨੂੰ ਨਾਗਰਿਕਤਾ ਦੇ ਰਹੇ ਆ, ਉਹ ਉੱਥੋਂ ਆਉਂਦੇ ਨੇ ਪਾਕਿਸਤਾਨ ਤੋਂ ਜਾਂ ਬਾਕੀ ਜਗ੍ਹਾ ਤੋਂ, ਨਾਗਰਿਕ ਉੱਥੋਂ ਦੇ ਨੇ, ਹਿੰਦੁਸਤਾਨ 'ਚ ਆ ਕੇ ਕਹਿੰਦੇ ਕਿ ਸਾਡਾ ਮੁਲਕ ਆ, ਅਸੀਂ ਸੁਰੱਖਿਅਤ ਹਾਂ ਇੱਥੇ ਤੇ ਅਸੀਂ ਸਵਰਗ 'ਚ ਆ ਗਏ। ਇਹ ਅੰਮ੍ਰਿਤਪਾਲ ਨੂੰ ਨਹੀਂ ਇਹ ਦਿਖਾਈ ਦਿੰਦਾ, ਨਾ ਇਹ ਮੋਰਚੇ ਵਾਲਿਆਂ ਨੂੰ ਦਿਖਾਈ ਦਿੰਦਾ। ਇਹ ਸਾਡੇ ਖਿਲਾਫ ਪ੍ਰਚਾਰ ਕਰਦੇ ਨੇ। ਸਿੱਖ ਕੌਮ ਦਾ ਸਭ ਤੋਂ ਬੜਾ ਨੁਕਸਾਨ, ਜੋ ਭਾਈ ਰਾਜੋਆਣਾ ਨੇ ਕਿਹਾ, ਬਿਲਕੁਲ ਠੀਕ ਕਿਹਾ, ਇਹ ਕਰ ਰਹੇ ਆ। ਔਰ ਇਹ ਬੰਦੀ ਸਿੱਖਾਂ ਦੀ ਰਿਹਾਈ 'ਚ ਵੀ ਰੁਕਾਵਟ ਬਣਨਗੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ। ਉੱਥੇ ਖਾਲਿਸਤਾਨ ਦੀ ਗੱਲ ਕਰਨ ਦੀ ਕੀ ਜ਼ਰੂਰਤ ਹੈ ਜੀ? ਬਾਕੀ ਦੇਸ਼ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਬੁਲਾਉਣ ਦੀ ਕੀ ਜ਼ਰੂਰਤ ਹੈ? ਇਹਨਾਂ ਨੂੰ ਉਹਨਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਔਰ ਚਲੋ ਜਵਾਬ ਲੈ ਲੈਣੇ ਆ। ਦਲਸ਼ੇਰ ਸਿੰਘ ਸਾਡੇ ਨਾਲ ਨੇ। ਸਿੰਘ ਸਾਹਿਬ, ਕਈ ਸਾਰੇ ਸਵਾਲ ਖੜੇ ਕੀਤੇ ਨੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ। ਦੇਖੋ, ਇਹਨਾਂ ਦੀ ਬੜੀ ਬੇਬੁਨਿਆਦ ਕੋਈ ਗੱਲ ਇਹਨਾਂ ਦੀ ਢੁਕਵੀਂ ਨਹੀਂ ਆ। ਇਹ ਸਾਰੀ ਕੌਮੀ ਇਨਸਾਫ ਮੋਰਚੇ ਤੋਂ ਬਾਅਦ ਦੀ ਗੱਲ ਕਰਦੇ ਨੇ। ਕੌਮੀ ਇਨਸਾਫ ਮੋਰਚੇ ਦੀਆਂ 4 ਮੰਗਾਂ ਨੇ: ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਕਾਨੂੰਨ ਡੈਟਰੈਂਟ ਬਣਾਉਣ ਲਈ, ਔਰ ਉਸ ਤੋਂ ਇਲਾਵਾ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਵਾਸਤੇ, ਔਰ 328 ਸਰੂਪ ਜਿਹੜੇ ਐਜੀਪੀਸੀ ਮੁਤਲਕ ਸਾਡੀ ਹੈਗੀ ਆ। ਇੱਕ ਬੰਦਾ ਸਾਨੂੰ ਦੱਸ ਦੇਣ ਜਿਹਨੇ ਸਾਡੇ ਮੋਰਚੇ ਦੇ ਮੈਨੇਜਰ ਜਾਂ ਕਿਸੇ ਜ਼ਿੰਮੇਵਾਰ ਬੰਦੇ ਨੇ ਖਾਲਿਸਤਾਨ ਦੀ ਗੱਲ ਕੀਤੀ ਹੋਵੇ। ਜੇ ਕੋਈ ਉਸ ਸਿਸਟਮ ਦੇ ਵਿੱਚ ਸੰਗਤੀ ਰੂਪ 'ਚ ਕਿਸੇ ਨੇ ਗੱਲ ਕਰਤੀ ਆ, ਉਹਦੀ ਪਰਸਨਲ ਵੀ ਹੋਏਗੀ। ਅਸੀਂ 4 ਮੰਗਾਂ ਤੋਂ ਇਲਾਵਾ ਕੋਈ ਗੱਲ ਨਹੀਂ ਕਰ ਰਹੇ। ਹੁਣ ਇਹ ਗਰੇਵਾਲ ਸਾਹਿਬ ਕਹਿੰਦੇ ਨੇ ਕਾਲੀ ਸੂਚੀ ਖਤਮ ਕਰਤੀ, ਬੰਦੇ ਛੱਡਤੇ ਨੇ, ਉਹਦੇ 'ਚ ਦੂਜੇ ਨੰਬਰ ਤੇ ਦਵਿੰਦਰਪਾਲ ਭੁੱਲਰ ਦੀ ਆ, ਉਹ ਅਜੇ ਤੱਕ ਆਮ ਆਦਮੀ ਪਾਰਟੀ ਨੇ ਨਹੀਂ ਛੱਡਿਆ। ਉਸ ਤੋਂ ਬਾਅਦ ਜੇ ਇਹ ਹੁਣ ਯੂਟੀ ਵਾਲਾ ਕੇਸ ਆ, ਜਿਹੜਾ ਬੇਅੰਤ ਸਿੰਘ ਐਸੀਨੇਸ਼ਨ ਕੇਸ ਆ, ਇਹ ਛੱਡ ਦੇਣ, ਕਰਦੇ ਨੇ ਰਿਲੀਜ਼, ਇਹਨਾਂ ਨੂੰ ਡੱਕਦਾ ਕੌਣ ਆ? ਇਹ ਆਪ ਕਹੀ ਜਾਂਦੇ ਨੇ ਕਿ ਜਿਨ੍ਹਾਂ ਦਾ ਕਾਨੂੰਨ ਤੇ ਬੰਦ ਹੈ ਤੇ ਛੱਡ ਦੇਣ, ਕਿਉਂ ਨਹੀਂ ਛੱਡਦੇ ਫਿਰ? ਗਰੇਵਾਲ ਸਾਹਿਬ, ਇਹਨਾਂ ਨੂੰ ਕੀ ਪ੍ਰੋਬਲਮ ਆ? ਗਰੇਵਾਲ ਸਾਹਿਬ, ਇਸ ਤਰ੍ਹਾਂ ਕੰਸਰਨਡ ਸਟੇਟ ਗਵਰਨਮੈਂਟਸ ਨੇ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਭੇਜਣਾ ਹੁੰਦਾ, ਉਸ ਤੋਂ ਬਾਅਦ ਉਹ ਛੱਡੇ ਜਾਂਦੇ ਆ। ਫਿਰ ਇਸੇ ਕਰਕੇ ਤੇ ਅਸੀਂ ਮੋਰਚਾ ਲਾਇਆ ਕਿ ਰੈਜ਼ੋਲੂਸ਼ਨ ਪਾ ਕੇ ਉਹਨਾਂ ਨੂੰ ਭੇਜਣ। ਪ੍ਰੋਸੀਜਰ ਜਿਹੜਾ ਹੈ ਉਹ ਅਡਾਪਟ ਹੋਏਗਾ, ਕਾਨੂੰਨ ਸੰਮਤ ਹੋਏਗਾ, ਉਹਨਾਂ ਦੀ ਰਿਹਾਈ ਜ਼ਰੂਰ ਹੋਏਗੀ। ਜਿਹੜੇ ਵਾਰ ਅਗੇਂਸਟ ਨੇਸ਼ਨ ਦੇ ਅਪਰਾਧੀ ਨੇ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੋਇਆ ਕਰਦੇ, ਉਹਨਾਂ ਦੀ ਗੱਲ ਅਲੱਗ ਆ। ਉਹ ਸਾਰਾ ਕੇਸ ਟੂ ਕੇਸ ਦੇਖਣ ਵਾਲੀ ਚੀਜ਼ ਆ। ਤੁਸੀਂ ਇੱਥੇ ਕੋਈ ਸੀਆਰਪੀਸੀ ਇੱਕ ਆ, ਕਨਸਟੀਟਿਊਸ਼ਨ ਇੱਕ ਆ, ਤੁਸੀਂ ਨਵੀਂ ਗੱਲ ਕਰਤੀ ਹੈ ਕਿ ਇਹਨਾਂ ਦੇ ਵਾਰ ਪ੍ਰਿਜ਼ਨਰ ਤੇ ਨਹੀਂ ਗੱਲ ਹੁੰਦੀ। ਤੁਸੀਂ ਵਾਈਟ ਪੇਪਰ ਜਾਰੀ ਕਰਦੇ ਹੋ, ਇਹਨਾਂ ਦੇ ਬਾਰੇ ਤੁਸੀਂ ਜਾਰੀ ਕਰੋ ਜੀ ਕਿ ਇਹ ਜਿਹੜਾ ਡਿਫਰੈਂਟ ਆ, ਵਾਰ ਆਫ ਪ੍ਰਿਜ਼ਨਰਸ ਲਈ ਡਿਫਰੈਂਟ, ਵਾਰ ਆਫ ਪ੍ਰਿਜ਼ਨਰ ਨਹੀਂ ਹੈਗੇ ਉਹ ਵਾਰ ਅਗੇਂਸਟ ਨੇਸ਼ਨ ਕਹਿ ਰਹੇ। ਤੁਸੀਂ ਅੱਜ ਤੱਕ ਉਹ ਕਹਿੰਦੇ ਕਿ ਵਾਰ ਅਗੇਂਸਟ ਨੇਸ਼ਨ ਨੇ, ਉਹ ਸਟੇਟਾਂ ਨਹੀਂ ਲੱਗਦੀਆਂ ਹੁੰਦੀਆਂ, ਵਰਲਡ ਦੇ ਨਾਲ ਵਾਰਾਂ ਹੁੰਦੀਆਂ ਨੇ। ਇੱਕ ਮਿੰਟ ਸੁਣ ਲਓ, ਜਿਹੜੇ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ। ਗਗਨ ਜੀ, ਸਾਨੂੰ ਇਸ ਮਾਮਲੇ ਤੇ ਪੂਰਾ ਪਤਾ ਹੈ, ਅਸੀਂ ਇਹਦੀ ਘੋਖ ਕਰਕੇ ਬੈਠੇ ਹਾਂ। ਇਹ ਰੈਜ਼ੋਲੂਸ਼ਨ ਜਿੱਦਾਂ ਤਮਿਲਨਾਡੂ ਦੀ ਗਵਰਨਮੈਂਟ ਨੇ ਪਾਇਆ ਸੀ, ਇਹੋ ਹੀ ਅਸੀਂ ਪੰਜਾਬ ਵਿਧਾਨ ਸਭਾ ਨੂੰ ਕਹਿ ਰਹੇ ਹਾਂ ਕਿ ਤੁਹਾਡੇ ਕੋਲ 92 MLAs ਨੇ, ਤੁਸੀਂ ਅਸੈਂਬਲੀ ਦੇ ਵਿੱਚ ਮਤਾ ਪਾਓ ਕਿ ਬੰਦੀ ਸਿੰਘ ਨੂੰ ਰਿਹਾ ਕਰਨ, ਉਹ ਸੈਂਟਰ 'ਚ ਭੇਜਣ। ਤੇ ਇਹ ਆਰਟੀਕਲ 72 ਥੱਲੇ ਜਿਹੜਾ ਵਾ ਪ੍ਰੈਜ਼ੀਡੈਂਟ ਕੋਲ ਪਾਵਰ ਹੈਗੀ ਹੈ ਕਿਸੇ ਦੀ ਜਿਹੜੀ ਸਜ਼ਾ ਜਿਹੜਾ ਰਿਮਿਸ਼ਨ ਕਰ ਦੇਣੀ ਜਾਂ ਰਿਮਿਊਟ ਕਰ ਦੇਣੀ। ਤੇ ਉਸ ਸਿਸਟਮ ਦੇ ਨਾਲ ਅਸੀਂ ਚੱਲ ਰਹੇ ਹਾਂ। ਸਾਨੂੰ ਇਹਨਾਂ ਤੋਂ ਕੋਈ ਸੁਝਾਅ ਲੈਣ ਦੀ ਕੋਈ ਨਹੀਂ। ਹਰਜੀਤ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਵਾਰ ਅਗੇਂਸਟ ਨੇਸ਼ਨ ਦੇ ਜਿਹੜੇ ਕੈਦੀ ਨੇ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਨੁਕਤਾ ਕਿਹੜਾ ਹੈ? ਕੀ ਇਹ ਕਾਨੂੰਨ ਦੀ ਕਿਤਾਬਾਂ ਵਿੱਚ ਇਹਨਾਂ ਨੂੰ? ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਇਹ ਕਿਹੜੀ ਗੱਲ ਕਰਦੇ ਨੇ। ਗਰੇਵਾਲ ਸਾਹਿਬ, ਐਸਾ ਜ਼ਿਕਰ ਹੈਗਾ ਵਾਰ ਅਗੇਂਸਟ ਨੇਸ਼ਨ ਦਾ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ? ਇੱਕ ਮਿੰਟ ਸੁਣ ਲਓ। ਅੱਜ ਤੱਕ ਇਹਨਾਂ ਨੇ ਇਹ ਲਿਸਟ ਜਾਰੀ ਕੀਤੀ ਹੈ ਕਿ ਕਿਹੜੇ ਬੰਦੀ ਰਿਹਾ ਹੋ ਚੁੱਕੇ ਨੇ, ਰਿਹਾ ਵੀ ਹੋਏ ਨੇ, ਉਹ ਇਹ ਦੱਸਣ ਲਈ ਬਿਲਕੁਲ ਤਿਆਰ ਨਹੀਂ ਹੈ, ਕਿਉਂਕਿ ਉਹਦੇ ਨਾਲ ਅਸੀਂ ਹਰ ਵਾਰੀ ਗੱਲ ਕਰਦੇ ਆ। ਜਿਹੜੀ ਲਿਸਟ ਤੁਹਾਡੀ ਜਾਰੀ ਹੋਈ ਉਹਦੇ 'ਚ ਦੂਜੇ ਨੰਬਰ 'ਤੇ ਦਵਿੰਦਰਪਾਲ ਭੁੱਲਰ ਆ, ਉਹ ਅੱਜ ਤੱਕ ਨਹੀਂ, ਉਹਨਾਂ ਦੀ 4 ਸਾਲਾਂ ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਜਿਹੜਾ ਕੇਜਰੀਵਾਲ ਸਰਕਾਰ ਨੇ ਬਣਾਇਆ, ਤੁਸੀਂ ਪੁੱਛਿਆ ਕਦੀ ਉਹਨਾਂ ਨੂੰ ਕਿਉਂ ਨਹੀਂ ਛੱਡਦੇ? ਅਸੀਂ ਰਿਲੀਜ਼ ਕੀਤਾ। ਗਰੇਵਾਲ ਸਾਹਿਬ ਜਿਹੜੇ ਰਿਹਾ ਹੋ ਚੁੱਕੇ ਨੇ, ਠੀਕ ਹੈ, ਉਹ ਇੱਕ ਪੋਜ਼ਿਟਿਵ ਕਦਮ ਹੋ ਸਕਦਾ ਹੈ। ਜੇਲ੍ਹ 'ਚੋਂ ਪਹਿਲੇ ਰਿਹਾ ਹੋਵੇ, ਫਿਰ ਰਿਹਾ ਕਰਦੇ ਆ। ਗਰੇਵਾਲ ਸਾਹਿਬ, ਜਿਹੜੇ ਰਿਹਾ ਹੋ ਚੁੱਕੇ ਨੇ ਉਹ ਠੀਕ ਹੈ, ਇੱਕ ਗੱਲ ਹੈਗੀ ਹੈ ਕਿ ਰਿਹਾ ਕਰ ਦਿੱਤੇ, ਉਹ ਪੋਜ਼ਿਟਿਵ ਸਟੈਪ ਹੋ ਸਕਦਾ ਹੈ। ਮੋਰਚਾ ਇਸ ਲਈ ਹੈ ਜਿਹੜੇ ਰਿਹਾ ਨਹੀਂ ਹੋਏ ਉਹਨਾਂ ਲਈ, ਉਹਨਾਂ ਦੇ ਲਈ ਤੁਸੀਂ ਜਿਹੜੀ ਟਰਮ ਯੂਜ਼ ਕਰ ਰਹੇ ਹੋ ਵਾਰ ਅਗੇਂਸਟ ਨੇਸ਼ਨ ਦੇ ਮੁਲਜ਼ਮ ਨੇ। ਨਹੀਂ, ਮੈਂ ਇਹ ਨਹੀਂ ਕਿਹਾ ਕਿ ਉਹ ਅਪਰਾਧੀ ਨੇ। ਮੈਂਸ਼ਨ ਹੈਗੀ
ਅਗਰ ਕੋਈ ਉਹਦੇ ਚ ਹੋਏਗਾ ਤਾਂ ਉਹਦੇ ਤੇ ਕਾਨੂੰਨ ਨਹੀਂ ਲਾਗੂ ਹੁੰਦੇ। ਮੈਂ ਨਹੀਂ ਕਿਹਾ ਵੀ ਇਹਨਾਂ ਤੇ ਕਾਨੂੰਨ ਉਹ ਲਾਗੂ ਹੋਇਆ ਹੋਇਆ। ਅਸੀਂ ਉਹੀ ਸਮਝਣ ਦੀ ਕੋਸ਼ਿਸ਼ ਕਰੇ ਜਿਹੜੇ ਉਹਨਾਂ ਦੀ ਵਕਾਲਤ ਕਰ ਰਹੇ ਨੇ ਨਾ ਗਗਨ ਜੀ, ਉਹਨਾਂ ਨੇ ਵਾਈਟ ਪੇਪਰ ਜਾਰੀ ਕਰਨਾ ਕਿ ਸਾਡੇ ਆ ਰਿਹਾ ਹੋ ਚੁੱਕੇ ਨੇ। ਅਸੀਂ ਕੀਤਾ ਹੋਇਆ ਸਾਰੇ ਮੀਡੀਆ ਕਰਮੀਆਂ ਕੋ ਸਾਡੇ ਮੈਮੋਰੈਂਡਮ ਹੈਗੇ ਨੇ, ਗਵਰਨਰ ਪੰਜਾਬ ਕੋਲ ਪਿਆ ਹੈ। ਗਰੇਵਾਲ ਸਾਹਿਬ ਇੱਕ ਸਵਾਲ ਹੈ, ਇੱਕ ਮਿੰਟ ਦਲਸ਼ੇਰ ਜੀ, ਇੱਕ ਮਿੰਟ ਗਰੇਵਾਲ ਸਾਹਿਬ, ਸਵਾਲ ਇਹ ਹੈ ਤੁਸੀਂ ਇੱਕ ਟਰਮ ਯੂਜ਼ ਕੀਤੀ ਸੀ ਵਾਰ ਅਗੇਂਸਟ ਨੇਸ਼ਨ, ਕੀ ਇਹ ਲੀਗਲੀ ਕਿਤੇ ਮੈਂਸ਼ਨ ਹੈਗਾ? ਇਹ ਸਭ ਕੁਝ ਮੈਂਸ਼ਨ ਹੈਗਾ ਜੀ, ਤੁਹਾਨੂੰ ਮੈਂ ਭੇਜ ਵੀ ਦਊਂਗਾ ਗਗਨ ਜੀ, ਸਭ ਕੁਝ ਮੈਂਸ਼ਨ ਆ। ਪਰ ਇਹਨਾਂ ਦੇ ਮਾਮਲੇ 'ਚ ਕਿਹਦੇ 'ਚ ਮੈਂਸ਼ਨ ਆ ਕਿਹਦੇ 'ਚ ਨਹੀਂ ਆ ਉਹ ਮੈਨੂੰ ਨਹੀਂ ਜਾਣਕਾਰੀ। ਉਹ ਤਾਂ ਇਹਨਾਂ ਦੇ ਨਹੀਂ ਹੈਗਾ ਜੀ, ਜਿਹੜੇ ਤੁਸੀਂ ਕਰ ਰਹੇ ਆ ਉਹਨਾਂ ਨੇ ਦੱਸਣਾ। ਅਸੀਂ ਤੇ ਸਾਰਾ ਮੀਡੀਆ ਨੂੰ ਪਤਾ ਹੈਗਾ। ਤੁਹਾਡੇ ਐਸਐਸ ਚੰਨੀ ਜਿਹੜੇ ਬੀਜੇਪੀ ਦੇ ਸਪੋਕਸਮੈਨ ਨੇ ਉਹ ਕਹਿੰਦੇ ਰੈਜ਼ੋਲੂਸ਼ਨ ਪਾ ਕੇ ਦਿਓ, ਅਸੀਂ ਬੰਦੇ ਰਿਹਾ ਕਰ ਦਾਂਗੇ। ਔਨ ਰਿਕਾਰਡ ਉਹਨਾਂ ਨੇ ਕਿਹਾ ਹੈ। ਬਿਲਕੁਲ ਤੁਸੀਂ ਕਹਿੰਦੇ ਹੋ ਵਾਰ ਆਪਰੇਸ਼ਨ ਹੈ, ਨਵੀਂ ਗੱਲ ਕਰਦੀ ਤੁਸੀਂ। ਭਾਈ ਜੋ ਤੁਸੀਂ ਕਰਨਾ ਚਾਹੀਦਾ ਤੁਹਾਨੂੰ ਉਹ ਕਰ ਨਹੀਂ ਰਹੇ। ਉਹ ਅਸੀਂ ਨਹੀਂ ਕਰਨਾ ਜਨਾਬ, ਤੁਸੀਂ ਸਾਡੇ ਨਾਲ ਹਿੰਮਤ ਮਾਰ ਕੇ ਇਹਨਾਂ ਨੂੰ ਕਹੋ। ਬਹੁਤ ਸ਼ੁਕਰੀਆ ਐਡਵੋਕੇਟ ਦਲਸ਼ੇਰ ਸਿੰਘ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਰਜੀਤ ਗਰੇਵਾਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੂੰ ਅੰਮ੍ਰਿਤਪਾਲ ਵਰਗਿਆਂ ਨੂੰ ਦੂਰ ਰੱਖੋ। ਸਵਾਲ ਜਿਹੜਾ ਹੈਗਾ, ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਇਸ ਸਿਨੈਰੀਓ ਦੇ ਵਿੱਚ ਰਿਹਾਈ ਜਿਹੜੀ ਹੈਗੀ ਹੈ ਉਹ ਰਿਹਾਈ ਬੰਦੇ ਸਿੱਖਾਂ ਦੀ ਹੋਵੇਗੀ ਵੀ ਜਾਂ ਨਹੀਂ। ਅੱਜ ਜਿਸ ਤਰੀਕੇ ਦੀ ਟਰਮਸ ਆ ਰਹੀਆਂ ਨੇ ਸਾਹਮਣੇ, ਵਾਰ ਅਗੇਂਸਟ ਨੇਸ਼ਨ ਦੇ ਮੁਲਜ਼ਮ ਵੀ ਕਈ ਨੇ, ਜਿਹੜਾ ਹਰਜੀਤ ਗਰੇਵਾਲ ਸਾਹਿਬ ਦਾਵਾ ਕਰ ਰਹੇ ਸੀਗੇ ਕਿ ਉਹਨਾਂ ਤੇ ਇਹ ਫਿਰ ਚੀਜ਼ਾਂ ਨਹੀਂ ਫਿੱਟ ਬੈਠਦੀਆਂ, ਉਹਨਾਂ ਦੀ ਰਿਹਾਈ ਤੇ ਕਿਤੇ ਨਾ ਕਿਤੇ ਕੁਐਸਚਨ ਮਾਰਕ ਰਹੇਗਾ। ਪਰ ਉਸ ਦੇ ਵਿੱਚ ਕੌਣ ਸ਼ਾਮਿਲ ਹੈ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੁਣ ਖੜਾ ਹੁੰਦਾ ਹੈ। ਹਾਲਾਂਕਿ ਮੋਰਚਾ ਇਹ ਦਾਵਾ ਕਰ ਰਿਹਾ ਹੈ ਕਿ ਅਜਿਹਾ ਕੋਈ ਕੇਸ ਨਹੀਂ ਹੈਗਾ, ਇਹ ਜਾਣਬੁੱਝ ਕੇ ਨਵੀਂ ਟਰਮਸ ਜਿਹੜਾ ਹੈਗਾ ਉਹ ਬਣਾਈਆਂ ਜਾ ਰਹੀਆਂ ਨੇ। ਨਾਲ ਹੀ ਮੋਰਚਾ ਇਹ ਵੀ ਕਹਿ ਰਿਹਾ ਕਿ ਸਾਡਾ ਖਾਲਿਸਤਾਨ ਪੱਖੀ ਕੋਈ ਨਾਰਾ ਸਾਡੇ ਪ੍ਰਬੰਧਕਾਂ ਚੋਂ ਕਿਸੇ ਨੇ ਲਾਇਆ ਹੋਇਆ, ਸਟੇਜ ਤੋਂ ਕਿਸੇ ਨੇ ਲਾਇਆ ਹੋਇਆ, ਤਾਂ ਉਸ ਨੂੰ ਜਿਹੜਾ ਹੈਗਾ ਅਸੀਂ ਪੁਆਇੰਟ ਆਊਟ ਕਰ ਸਕਦੇ ਹਾਂ। ਜੇ ਕਿਸੇ ਨੇ ਬਾਹਰ ਕੋਈ ਗੱਲ ਕੀਤੀ ਹੈ ਤਾਂ ਉਹ ਉਸ ਦਾ ਨਿੱਜੀ ਵਿਚਾਰ ਹੈਗਾ ਖਾਲਿਸਤਾਨ ਨੂੰ ਲੈ ਕੇ, ਉਹ ਸਾਡੇ ਨਾਲ ਕੋਈ ਉਸ ਦਾ ਲਿੰਕ ਨਹੀਂ ਹੈਗਾ। ਤੇ ਦੂਜੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਬੰਦੀ ਸਿੱਖਾਂ ਨੂੰ ਲੈ ਕੇ ਅਕਾਲੀ ਦਲ ਤੇ ਵੱਡਾ ਹਮਲਾ ਬੋਲਿਆ ਗਿਆ ਹੈ। ਐਸਜੀਪੀਸੀ ਦਸਤਖਤ ਮੁਹਿੰਮ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ, ਜਦੋਂ ਬਾਦਲਾਂ ਦੇ ਦਸਤਖਤ ਦੀ ਅਹਿਮੀਅਤ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਨਹੀਂ ਕੀਤੇ। ਬੰਦੀ ਸਿੱਖਾਂ ਨੂੰ ਲੈ ਕੇ ਹੀ ਅਕਾਲੀ ਦਲ ਤੇ ਹਮਲਾ ਬੋਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਵੱਡਾ ਹਮਲਾ। ਐਸਜੀਪੀਸੀ ਦੀ ਦਸਤਖਤ ਜਿਹੜੀ ਮੁਹਿੰਮ ਹੈ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਜਦੋਂ ਮੁੱਲ ਪੈਂਦਾ ਸੀ ਉਦੋਂ ਬਾਦਲ ਨੇ ਦਸਤਖਤ ਨਹੀਂ ਕੀਤੇ। ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ। ਸੀਐਮ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਿਹਾ ਜੋ ਕਾਨੂੰਨ ਸਜ਼ਾ ਦਿੰਦਾ ਹੈ ਉਹ ਛੱਡ ਵੀ ਸਕਦਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ 2 ਵਜੇ ਦੀ ਦੂਜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਬੰਦੀ ਸਿੱਖਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਜੋ ਕਾਨੂੰਨ ਸਜ਼ਾ ਦਿੰਦਾ ਹੈ ਉਹ ਛੱਡ ਵੀ ਸਕਦਾ ਹੈ। ਸੀਐਮ ਨੇ ਇਹ ਗੱਲ ਕਹੀ ਹੈ ਕਿ ਜਦੋਂ ਮੁੱਲ ਪੈਂਦਾ ਸੀ ਉਦੋਂ ਬਾਦਲ ਨੇ ਦਸਤਖਤ ਨਹੀਂ ਕੀਤੇ। ਇਹ ਕੁਐਸਚਨ ਜਿਹੜਾ ਹੈਗਾ ਉਹ ਖੜਾ ਕੀਤਾ ਹੈ ਸੀਐਮ ਭਗਵੰਤ ਮਾਨ ਨੇ। बादल क्या ने प्रकाश सिंह बादल अकाली दल बादल ने दस्खत मुहिम शुरू की है कि उन्होंने इंसाफ मिलना चाहिए, दस्खत करो। कल परसों अखबार च पढ़ता सी कहते प्रकाश सिंह बादल ने भी दस्खत करते। ਉਹ ਮੈਂ ਕਿਹਾ ਜਦੋਂ ਤੇਰੇ ਦਸਤਖਤਾਂ ਦੀ ਕੀਮਤ ਪੈਂਦੀ ਸੀ, ਮੁੱਲ ਪੈਂਦਾ ਸੀ, ਉਦੋਂ ਤਾਂ ਕੀਤੇ ਨਹੀਂ। ਹੁਣ ਤਾਂ ਮੈਂ ਪੈਰਾਂ ਦੇ ਗੂਠੇ ਲਾ ਦੇ, ਹੁਣ ਕੀ ਕੌਣ ਪੁੱਛਦਾ ਦਸਤਖਤਾਂ ਨੂੰ। ਉਹ ਜਦੋਂ ਦਸਤਖਤਾਂ ਦੀ ਵੈਲਿਊ ਸੀ, ਜਦੋਂ ਵਾਜਪਾਈ ਦੇ ਨਾਲ ਸਾਂਝ ਸੀ, ਉੱਥੇ ਮੰਤਰੀ ਸੀ ਤੁਹਾਡਾ ਮੁੰਡਾ, ਉਦੋਂ ਤੁਸੀਂ ਸੈਂਟਰ ਨੂੰ ਕਹਿ ਕੇ ਉਹਨਾਂ ਰਾਜਾਂ ਦੇ ਪ੍ਰਤੀ ਲਿਖ ਸਕਦੇ ਸੀ। ਉਹਨਾਂ ਰਾਜਾਂ ਨੂੰ ਸੈਂਟਰ ਦੇ ਥਰੂ ਸੈਂਟਰ ਤੋਂ ਲਿਖਵਾ ਸਕਦੇ ਸੀ। ਹੁਣ ਜਦੋਂ ਦਸਤਖਤਾਂ ਦੀ ਕੋਈ ਮੁੱਲ ਨਹੀਂ ਰਿਹਾ, ਤੁਸੀਂ ਦੱਸੋ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਦਾ ਮੁੱਲ ਹੈ ਕੋਈ? ਜਿੱਥੇ ਮਰਜ਼ੀ ਕਰਾ ਲਓ ਤਾਂ ਹੁਣ ਜੰਮੂ ਕਰ ਦਿਓ। ਇਹਨੂੰ ਕਹਿੰਦੇ ਆ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ। ਜਿਹੜੇ ਡਿਸੀਜਨ ਲੈਣੇ ਸੀ ਉਦੋਂ ਲਏ ਨਹੀਂ। ਪ੍ਰੋਜੈਕਟ ਨੂੰ ਤੇ 2 ਵਜੇ ਦੂਜੀ ਵੱਡੀ ਖਬਰ 2 ਵਜੇ ਦੀ, ਔਰ ਉਸੇ ਦਾ ਇੱਕ ਹੋਰ ਹਿੱਸਾ ਹੈਗਾ ਕਿਸਾਨਾਂ ਦੇ ਮੁੱਦੇ ਤੇ ਵੀ ਸੀਐਮ ਨੇ ਅਕਾਲੀ ਦਲ ਨੂੰ ਘੇਰਿਆ। ਬਾਦਲਾਂ ਨੇ ਸਹੀ ਵਕਤ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ। 3 ਕਾਨੂੰਨਾਂ ਦੀ ਪ੍ਰਵਾਨਗੀ ਦੌਰਾਨ ਕੈਬਨਿਟ ਦੇ ਵਿੱਚ ਬੈਠੀ ਸੀ ਹਰਸਿਮਰਤ। 3 ਕਾਨੂੰਨਾਂ ਦੇ ਪੱਖ ਵਿੱਚ ਸੀਨੀਅਰ ਬਾਦਲ ਦੀ ਵੀਡੀਓ ਪਵਾਈ ਗਈ। ਵਿਰੋਧ ਹੋਣ ਤੇ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿੱਤਾ। ਇਹ ਵੀ ਸੀਐਮ ਭਗਵੰਤ ਮਾਨ ਨੇ ਅੱਜ ਨਿਸ਼ਾਨਾ ਲਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ, ਔਰ 3 ਖੇਤੀ ਕਾਨੂੰਨਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ।
ਕਿਸਾਨਾਂ ਦੇ ਤਿੰਨੇ ਕਾਨੂੰਨ ਆਪ ਬੈਠੀ ਸੀ ਹਰਸਿਮਰਤ ਕੌਰ ਕੈਬਨਿਟ ਦੇ ਵਿੱਚ, ਜਦੋਂ ਤਿੰਨੇ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਪੂਰਾ 2 ਮਹੀਨੇ ਸਾਰਾ ਟੱਬਰ ਬਾਦਲ ਕਾ ਇਹ ਸਾਬਤ ਕਰਨ ਤੇ ਲਾਈ ਗਿਆ ਬਹੁਤ ਵਧੀਆ ਕਾਨੂੰਨ ਨੇ, ਨਾ ਐਮਐਸਪੀ ਨੂੰ ਕੋਈ ਖਤਰਾ ਨਹੀਂ। ਤੋਮਰ ਵੀ ਇੱਥੇ ਬੁਲਾ ਲਿਆ, ਪ੍ਰੈਸ ਕਾਨਫਰੰਸ ਕਰਾ ਲਈ। ਇਹ ਤਾਂ ਉਹੀ ਜੁਰੀਆਂ ਨਾਲ ਮਾਰੀ ਜਾਂਦੀਆਂ ਨੇ ਗੱਲਾਂ। ਹੋਰ ਤਾਂ ਹੋਰ ਕੁਝ ਕੁਦਰਤ ਹੈ, ਨਾ ਕੋਈ ਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਜਾਂਦੇ ਹੋਏ ਵੱਡੇ ਬਾਦਲ ਦੀ ਵੀਡੀਓ ਵੀ ਪਵਾਤੀ, ਬਹੁਤ ਵਧੀਆ ਨੇ ਕਾਨੂੰਨ ਇਹ। ਹੁਣ ਵੀਡੀਓ ਤਾਂ ਨਹੀਂ ਡਿਲੀਟ ਹੁੰਦੀ। ਜਦੋਂ ਪਤਾ ਲੱਗਿਆ ਕਿ ਲੋਕ ਜਿਹੜੇ ਉੱਠ ਕੇ ਖੜੇ ਹੋ ਗਏ ਇਹਨਾਂ ਕਾਨੂੰਨਾਂ ਦੇ ਵਿਰੁੱਧ, ਉਦੋਂ ਅਸਤੀਫਾ ਦੇਤਾ। ਫੇਰ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ। ਉਦੋਂ ਕਹਿੰਦੇ ਅਸੀਂ ਇੱਧਰ ਆ, ਲੋਕ ਕਹਿੰਦੇ ਹੁਣ ਨਹੀਂ ਇੱਧਰ, ਹੁਣ ਨਹੀਂ ਜਾਣਾ। ਸੋ ਇਸ ਕਰਕੇ ਇਹ ਜਿਹੜੀਆਂ ਇਦੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਆਪਣੇ ਫਾਇਦੇ ਲਏ, ਉਹ ਤੋਂ ਬਾਅਦ ਲੋਕਾਂ ਨੂੰ ਕੁਝ ਹੋਰ ਦੱਸਿਆ, ਅੰਦਰ ਸੈਨ ਕਿਤੇ ਹੋਰ ਕਰਕੇ ਆਏ। ਤੇ 2 ਵਜੇ ਦੀ ਪਹਿਲੀ ਵੱਡੀ ਖਬਰ ਦਾ ਰੁਖ ਕਰਦੇ ਆ। ਸੀਐਮ ਭਗਵੰਤ ਮਾਨ ਨਿੱਜੀ ਹਮਲਿਆਂ ਤੇ ਬੋਲੇ ਨੇ। ਮੇਰੇ ਆਲੇ ਦੁਆਲੇ ਨਿੱਜੀ ਵਿਰੋਧ ਕਰਨ ਵਾਲੇ ਬਥੇਰੇ ਨੇ, ਮੈਨੂੰ ਗਾਲਾਂ ਕੱਢ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਕੱਢ ਲਓ। ਨਿੱਜੀ ਹਮਲਿਆਂ ਤੇ ਸੀਐਮ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਹੈ। ਮੇਰੇ ਆਲੇ ਦੁਆਲੇ ਨਿੱਜੀ ਵਿਰੋਧ ਕਰਨ ਵਾਲੇ ਬਥੇਰੇ ਨੇ, ਮੈਨੂੰ ਗਾਲਾਂ ਕੱਢ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਕੱਢ ਲਓ। ਮੈਂ ਦੀਵਾ ਹਾਂ, ਇਹ ਗੱਲ ਬਿਲਕੁਲ ਸਾਫ਼ ਹੈ। ਮੇਰੀ ਲੜਾਈ ਹਨੇਰਿਆਂ ਦੇ ਨਾਲ ਹੈ, ਹਵਾਵਾਂ ਤਾਂ ਬੇਵਜ੍ਹਾ ਹੀ ਮੇਰੇ ਖਿਲਾਫ ਨੇ। ਸੀਐਮ ਭਗਵੰਤ ਮਾਨ ਨੇ ਅਜੇ ਬਿਆਨ ਦਿੱਤਾ ਲੁਧਿਆਣਾ ਦੇ ਵਿੱਚ। ਆਲੇ ਦੁਆਲੇ ਤਾਂ ਸਾਰੇ ਵਿਰੋਧੀ ਕਰਨ ਵਾਲੇ ਨੇ, ਆਲੋਚਨਾ ਹੀ ਕਰਨ ਵਾਲੇ ਨੇ। ਉਹ ਵੀ ਪਰਸਨਲ ਵੀ ਕਰ ਲੈਂਦੇ, ਕਰ ਲੈਣ ਦੇ, ਕੋਈ ਨਹੀਂ, ਗਾਲਾਂ ਕੱਢ ਲੈਣ ਦੋ ਮੈਨੂੰ। ਜੇ ਉਹਨਾਂ ਨੂੰ ਮੈਨੂੰ ਗਾਲਾਂ ਕੱਢ ਕੇ ਜੇ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ, ਕੱਢ ਲੈਣ ਦੋ। ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤਾਂ ਇਹ ਕੰਮ ਜਾਰੀ ਰੱਖੂੰਗਾ। ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ, ਮੈਂ ਉਹ ਵਿਸ਼ਵਾਸ ਜਿਹੜਾ ਉਹ ਟੁੱਟਣ ਨਹੀਂ ਦੇਣਾ। ਮੈਂ ਦੀਵਾ ਹਾਂ, ਮੈਂ ਦੀਵਾ ਹਾਂ, ਇਹ ਗੱਲ ਬਿਲਕੁਲ ਸਾਫ਼ ਹੈ। ਮੇਰੀ ਲੜਾਈ ਤਾਂ ਹਨੇਰਿਆਂ ਨਾਲ ਹੈ, ਹਵਾਵਾਂ ਤਾਂ ਬੇਵਜ੍ਹਾ ਹੀ ਮੇਰੇ ਖਿਲਾਫ ਹੈ।